ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ ਜੋ ਇਸ ਪਾਵਨ ਸਥਾਨ ਤੇ ਮਹਾਂਪੁਰਖਾਂ ਵੱਲੋਂ ਕਰਵਾਏ ਜਾ ਰਹੇ ਮਹਾਨ ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸਾਧ ਸੰਗਤ ਜੀ, ਜਿਤਨੇ ਵੀ ਇਹ ਸਮਾਗਮ ਹੁੰਦੇ ਨੇ, ਜਪ ਤਪ ਸਮਾਗਮ, ਕੀਰਤਨ ਦਰਬਾਰ, ਗੁਰਮਤਿ ਸਮਾਗਮ, ਇਹਨਾਂ ਸਾਰਿਆਂ ਦਾ ਇੱਕੋ ਮਕਸਦ ਹੁੰਦਾ ਹੈ ਕਿ ਟੁੱਟੇ ਹੋਏ ਨੂੰ ਜੋੜ ਦੇਣਾ ਤੇ ਜੁੜੇ ਹੋਏ ਨੂੰ ਹੋਰ ਜੋੜ ਦੇਣਾ। ਜੇ ਕੋਈ ਨਾਮ ਨਾਲ ਟੁੱਟਿਆ ਉਸ ਨੂੰ ਨਾਮ ਦੇ ਨਾਲ ਜੋੜ ਦੇਣਾ ਮਕਸਦ ਹੈ, ਤੇ ਜੇ ਕੋਈ ਨਾਮ ਨਾਲ ਥੋੜਾ ਜੁੜਿਆ, ਕੱਚਾ ਪੱਕਾ ਜੁੜਿਆ, ਉਸ ਨੂੰ ਪਰਪੱਕ ਕਰ ਦੇਣਾ ਨਾਮ ਦੇ ਨਾਲ, ਉਹਦੇ ਨੇਮ ਨੂੰ ਹੋਰ ਵਧਾ ਦੇਣਾ। ਇਹ ਮਕਸਦ ਹੁੰਦਾ ਹੈ ਇਹਨਾਂ ਸਮਾਗਮਾਂ ਦਾ। ਸਾਡਾ ਨੇਮ ਵਧੇ, ਸਾਡਾ ਨਿਸ਼ਚਾ ਵਧੇ, ਇਹਨਾਂ ਸਮਾਗਮਾਂ ਦਾ ਇਹ ਮਨੋਰਥ ਹੈ। ਜਿੱਥੇ ਅਸੀਂ ਸਾਧ ਸੰਗਤ ਜੀ ਆਪ ਹਾਜ਼ਰੀਆਂ ਭਰਨੀਆਂ ਨੇ, ਆਪਣੇ ਮਨ ਨੂੰ ਸਮਝਾਉਣਾ ਹੈ ਕਿ ਨਾਮ ਤੋਂ ਬਗੈਰ ਗਤੀ ਨਹੀਂ, ਤੇ ਸਾਨੂੰ ਮੌਕਾ ਮਿਲਿਆ ਨਾਮ ਨਾਲ ਜੁੜਨ ਦਾ, ਵੱਧੋ ਵੱਧ ਹਾਜ਼ਰੀਆਂ ਭਰੀਏ। ਉੱਥੇ ਨਾਲ ਹੀ ਇੱਕ ਕੰਮ ਹੋਰ ਕਰੀਏ ਕਿ ਸਾਡੇ ਸੰਪਰਕ ਦੇ ਵਿੱਚ ਜੋ ਵੀ ਆਉਂਦਾ ਸਾਧ ਸੰਗਤ ਜੀ, ਸਭ ਨੂੰ ਕਹੀਏ ਕਿ ਤੁਸੀਂ ਵੀ ਸਾਡੇ ਨਾਲ ਚੱਲੋ, ਮਹਾਨ ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰੋ। ਆਪ ਜੀ ਆਪ ਵੀ ਨਾਲ ਚੱਲੋ, ਆਪਣੇ ਪਰਿਵਾਰ ਨੂੰ ਨਾਲ ਲੈ ਕੇ ਚੱਲੋ, ਤੇ ਇਸ ਮਹਾਨ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਮਨ ਨੂੰ ਨਾਮ ਦੇ ਰੰਗ ਵਿੱਚ ਰੰਗ ਕੇ ਆਓ। ਇਹ ਸਾਡਾ ਇੱਕ ਫਰਜ਼, ਨਾਲ ਇੱਕ ਪੁੰਨ ਵੀ ਨਾਲ ਜੁੜੇਗਾ ਜੇ ਅਸੀਂ ਇਹ ਕੰਮ ਨਾਲ ਕਰਾਂਗੇ। ਧੰਨ ਧੰਨ ਬਾਬਾ ਨੰਦ ਸਿੰਘ ਜੀ ਬਚਨ ਕਰਿਆ ਕਰਦੇ ਸਨ, ਕਿਸੇ ਟੁੱਟੇ ਨੂੰ ਜੋੜ ਦੇਣਾ ਇਸ ਤੋਂ ਵੱਡਾ ਕੋਈ ਪੁੰਨ ਨਹੀਂ। ਕਿਸੇ ਟੁੱਟੇ ਹੋਏ ਨੂੰ ਜੋੜ ਦੇਣਾ ਇਸ ਤੋਂ ਵੱਡਾ ਪੁੰਨ ਨਹੀਂ, ਤੇ ਕਿਸੇ ਜੁੜੇ ਨੂੰ ਤੋੜ ਦੇਣਾ ਇਸ ਤੋਂ ਵੱਡਾ ਕੋਈ ਪਾਪ ਨਹੀਂ। ਸੋ ਪੁੰਨਾਂ ਦੇ ਭਾਗੀ ਬਣਾਂਗੇ ਜੇ ਕਿਸੇ ਨੂੰ ਨਾਲ ਜੋੜਾਂਗੇ, ਕਿਸੇ ਨੂੰ ਪ੍ਰੇਰਣਾ ਕਰਾਂਗੇ, ਨਾਲ ਤੁਰ ਕੇ ਆਉਣਗੇ। ਔਰ ਸਾਧ ਸੰਗਤ ਜੀ, ਜਦੋਂ ਪ੍ਰੇਰਣਾ ਕਰੀਏ ਤਾਂ ਦੋ ਚੀਜ਼ਾਂ ਵਾਸਤੇ ਅਸੀਂ ਆਪਣੇ ਆਪ ਨੂੰ ਪਹਿਲਾਂ ਹੀ ਤਿਆਰ ਰੱਖੀਏ। ਜਦੋਂ ਕਿਸੇ ਨੂੰ ਪ੍ਰੇਰਣਾ ਕਰੀਏ, ਨਾਮ ਜਪਣ ਦੀ, ਸਮਾਗਮਾਂ ਵਿੱਚ ਹਾਜ਼ਰੀ ਭਰਨ ਦੀ, ਸੇਵਾ ਕਰਨ ਦੀ, ਕਿਸੇ ਨੂੰ ਪ੍ਰੇਰਣਾ ਕਰੀਏ, ਹੈ ਤੇ ਬੜਾ ਪੁਨੀਤ ਕਾਰਜ ਹੈ, ਪਰ ਦੋ ਤਰ੍ਹਾਂ ਦੀ ਤਿਆਰੀ ਪਹਿਲੇ ਕਰਕੇ ਰੱਖੀਏ। ਇੱਕ ਤਿਆਰੀ ਹੈ ਕਿ ਅਗਲਾ ਕਹੇਗਾ ਜੀ ਮੇਰੇ ਧੰਨ ਪਾਕ, ਇੱਕ ਤਿਆਰੀ ਇਹ ਕਰੀਏ, ਅਗਲਾ ਕਹੇਗਾ ਜੀ ਮੇਰੇ ਧੰਨ ਪਾਕ ਤੁਸੀਂ ਚੰਗਾ ਮਾਰਗ ਮੈਨੂੰ ਦੱਸਿਆ, ਸੱਚ ਦਾ ਮਾਰਗ ਦੱਸਿਆ, ਸੱਚ ਦਾ ਮਾਰਗ ਦੱਸਿਆ, ਸੇਵਾ ਦਾ ਮਾਰਗ ਦੱਸਿਆ, ਸਿਮਰਨ ਦਾ ਮਾਰਗ ਦੱਸਿਆ, ਤੁਹਾਡਾ ਧੰਨਵਾਦ। ਧੰਨਵਾਦ ਵੀ ਕਰੇ, ਨਾਲ ਤੁਰ ਵੀ ਹੋਵੇ। ਦੂਜੀ ਜਿਹੜੀ ਤਿਆਰੀ ਅਸੀਂ ਰੱਖਣੀ ਹੈ ਉਹ ਇਸ ਚੀਜ਼ ਦੀ ਰੱਖਣੀ ਹੈ ਕਿ ਹੋ ਸਕਦਾ ਅਗਲਾ ਗੱਲ ਪੈ ਜਾਵੇ। ਇਹ ਵੀ ਹੋ ਜਾਂਦਾ ਸਾਧ ਸੰਗਤ ਜੀ, ਜੇ ਕਿਸੇ ਨੂੰ ਕਹਿ ਦਿਓ ਨਾ ਆਓ ਚਲੀਏ ਨਾਮ ਜਪੀਏ, ਕਈ ਵਾਰ ਅਗਲਾ ਗੱਲ ਪੈ ਜਾਂਦਾ। ਦਾਸ ਨਾਲ ਵੀ ਹੋਇਆ ਇਸ ਤਰ੍ਹਾਂ ਹੀ। ਦਾਸ ਨੇ ਕਿਸੇ ਨੂੰ ਕਹਿ ਦਿੱਤਾ ਕਿ ਬਹੁਤ ਮਹਾਨ ਸਮਾਗਮ ਚੱਲ ਰਹੇ ਨੇ ਤੇ ਤੁਸੀਂ ਵੀ ਨਾਲ ਚੱਲੋ, ਹਾਜ਼ਰੀਆਂ ਭਰੀਏ, ਤੇ ਅਗਲਾ ਗੱਲ ਪੈ ਗਿਆ। ਮਨੂੰ ਕਹਿੰਦਾ ਜੀ ਰੋਜ਼ ਜਾ ਜਾ ਕੇ ਹਾਜ਼ਰੀਆਂ ਤੁਸੀਂ ਭਰੋ, ਰੋਜ਼ ਜਾ ਜਾ ਕੇ ਨਾਮ ਤੁਸੀਂ ਜਪੋ। ਮੈਂ ਕਿਹਾ ਰੋਜ਼ ਜਾ ਜਾ ਕੇ ਅਸੀਂ ਜਪੀਏ ਤੇ ਤੁਸੀਂ ਕਿਦੋਂ ਜਪਣਾ? ਕਹਿੰਦਾ ਅਸੀਂ ਤੇ ਇੱਕ ਵਾਰੀ ਜਪ ਲਾਂਗੇ। ਹੁਣ ਧਿਆਨ ਕਰਿਓ, ਕਹਿੰਦੇ ਅਸੀਂ ਤਾਂ ਇੱਕੋ ਵਾਰੀ ਹੀ ਨਾਮ ਜਪ ਲਾਂਗੇ, ਉਹਦੇ ਨਾਲ ਹੀ ਪਾਰ ਉਤਾਰਾ ਹੋ ਜਾਏਗਾ। ਮੈਂ ਕਿਹਾ ਇੱਕੋ ਵਾਰ ਕਿਦੋਂ ਜਪੋਗੇ? ਮਨ ਵੀ ਜੁਗਤ ਦੱਸ ਦਿਓ। ਇੱਕੋ ਵਾਰੀ ਜਪ ਕੇ ਪਾਰ ਉਤਾਰਾ ਹੋਏਗਾ, ਇਹ ਕਿਸ ਤਰ੍ਹਾਂ ਹੋਏਗਾ? ਮਨ ਵੀ ਦੱਸ ਦਿਓ। ਉਹ ਕਹਿੰਦਾ ਦੇਖੋ ਗੁਰਬਾਣੀ ਦਾ ਵਾਕ ਹੈ, ਹੁਣ ਗੁਰਬਾਣੀ ਦਾ ਹਵਾਲਾ ਸੁਣਦੇ ਜੇ। ਸਤ ਸੰਗ ਚ ਆਨ ਨੂੰ ਬਣਾ ਵੀ ਕਰ ਰਿਹਾ ਤੇ ਗੁਰਬਾਣੀ ਦਾ ਹਵਾਲਾ ਦੇ ਕੇ ਆਪਣੇ ਆਪ ਨੂੰ ਸੱਚਿਆ ਵੀ ਕਰ ਰਿਹਾ। ਮੈਂ ਹੈਰਾਨ ਹੋ ਕੇ ਪੁੱਛਿਆ ਕਿ ਗੁਰਬਾਣੀ ਕਿੱਥੇ ਕਹਿੰਦੀ ਹੈ ਵੀ ਇੱਕੋ ਵਾਰ ਤੁਸੀਂ ਜਪੋ ਤੇ ਤੁਹਾਡਾ ਪਾਰ ਉਤਾਰ ਹੋ ਜਾਏਗਾ? ਤੇ ਉਸਨੇ ਭਗਤ ਤਰਲੋਚਨ ਜੀ ਦੀ ਪਾਵਨ ਬਾਣੀ ਦਾ ਹਵਾਲਾ ਦਿੱਤਾ। ਕਹਿੰਦਾ ਜੀ ਗੁਰਬਾਣੀ ਵਿੱਚ ਭਗਤ ਤਰਲੋਚਨ ਜੀ ਕਹਿੰਦੇ ਨੇ, ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੇ। ਆਪ ਜੀ ਨੇ ਕਈ ਵਾਰੀ ਪੰਕਤੀਆਂ ਸੁਣੀਆਂ, ਪੜ੍ਹੀਆਂ, ਗਾਇਨ ਵੀ ਕੀਤੀਆਂ ਹੋਣਗੀਆਂ, ਰਾਗੀ ਸਿੰਘਾਂ ਕੋਲ ਸੁਣੀਆਂ ਵੀ ਹੋਣਗੀਆਂ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਤ ਤਿਲੋਚਨ ਤੇ ਨਰ ਮੁਕਤਾ, ਪਿਤੰਬਰ ਵਾਕੇ ਹਿਰਦੇ ਬਸ। ਉਹ ਕਹਿੰਦਾ ਦੇਖੋ ਗੁਰਬਾਣੀ ਕਹਿ ਰਹੀ ਹੈ, ਜਿਹੜਾ ਅਖੀਰਲੇ ਸਮੇਂ ਉਸ ਪਰਮਾਤਮਾ ਦਾ ਸਿਮਰਨ ਕਰਦਾ, ਪਰਮਾਤਮਾ
उस नूं अंगीकार कर लैंदा, परमात्मा उस नूं मुक्त कर दिंदा है। गुरबाणी कह रही। फिर उसने एक कदम होर अगे जांदियां एक मैनूं साखी भी सुना दी। मैनूं कहंदा जी मैं एक साखी भी सुना सकना। मैं कहा भाजी वो भी सुनाओ, थोड़ा ज्ञान वधेगा मेरा। पहले गुरबाणी का हवाला मुड़ के कहंदा एक साखी भी सुना सकना। मैं हाथ जोड़ के खड़ा हो गया। मैं कहा नवे तरह के महापुरख मिले ने, चलो ज्ञान ही वाधा होएगा। मैं कहा चलो भाजी साखी भी सुना दो मैनूं। कहंदा जी एक बंदा सी, हुण ध्यान नाल सुणिओ, एक बंदा सी, उन्हें कदी रब का नाम नहीं लिया। उन्हें कदे रब का नाम नहीं लिया। सवेरे उन्हें हट्टी ते जाना, रात तक हट्टी ते बैठे रहना, राती थक टुट के आना ते सो जाना। ना उन्हें कदी पुण्य दान किया, ना उन्हें कदी सेवा की, ना उन्हें कदे सिमरन किया, पर उसका पार उतारा हो गया। मैं कहा बड़ी हैरानी वाली गल है। सवेरे दुकान से जाता सी, राती दुकान तो आता सी, थक टुट के सो जाता सी, ना अमृत वेले जपता सी, ना राती जपता सी, ना सेवा करता सी, ना उपकार करता सी, पार उतारा हो गया। ये किवें हो गया? कहता जी उन्हें अपने मुंडे का नाम नारायण रखा। उन्हें अपने मुंडे का नाम नारायण रखा सी, ते जदों उन्होंने लग्या भी मेरा अंत समा आ गया, तद उन्हें रब नूं याद नहीं किया। उन्हें सिर्फ अपने मुंडे नूं आवाज मारी, ओ नारायण, ते उस वेले परमात्मा प्रगट हो गया। देखो हुण गल सुणो दी, उस वेले परमात्मा प्रगट हो गया ते उसनूं मुक्ति बख्श दी। हुण साध संगत जी ये जिहड़ी साखी है ना, ये प्रसंग आप जी ने कई बार कथावाचकों को भी सुन लिया होगा। कई मेरे वर्गे जिहड़े कच्चे पिल्ले कथावाचक ने ना, वो सुना देंगे ने। आप जिवें हो सकता सुनिया होवे, ते एक दो बारी मैं भी सुनिया। ते उसने जिसने मनु ये गल सुनाई साखी के रूप में, उसने भी कितों सुनी सी। मैं उन्होंने कहा, मैं वीर जी गल तुहाडी सुनी, तुसी साखी का नाम भी दिता, सिर्फ मैनूं यह भी दस दो ये जिहड़ी साखी तुसी सुनाई है इसका स्रोत की है, किहड़े धर्म ग्रंथ दे विच ये साखी अंकित हैगी है, मैनूं दस दिओ। वो स्रोत नहीं दस सके। साध संगत जी इहो जिहियां साखियां, इहदे नाल होर रलदियां मिलदियां साखियां, इन्हां नूं असीं बिल्कुल दरकिनार करके चलना। कोई भी साखी, कोई भी प्रसंग जिहड़े गुरबाणी के मूल सिद्धांत तो उल्ट है, उसकी कोई थां नहीं सिੱਖੀ विच, उसकी कोई थां नहीं होनी चाहिए सिੱਖ दे हिरदे विच। सिੱਖੀ का जिहड़ा मूल सिद्धांत है, गुरबाणी का मूल सिद्धांत है, जिहड़ी साखी उस मूल सिद्धांत तो सानू दूर लै जावे, वो साखी साखी नहीं है, वो कुमार्ग है। देखो बाणी कहती है साथ साथ सिमरन करने वास्ते, हाँ जी, साथ साथ सिमरन करने वास्ते, सास सास सिमरो गोबिंद मन अंतर की उतरै छिंद। यह गुरु साहब का हुक्म है कि सिख सास गिरास सिमरन करे, सास सास सिमरन करे। ते सतगुरां ने संत की जिहड़ी पछाण दसी है, जिहड़ी संत की पछाण दसी है, वही सास गिरास सिमरन करके सतगुरां ने दसी है। किसी वेशभूषा करके संत की पछाण नहीं दसी। जिन्ना सास गिरास ना विसरै, हर नामा मनमंत, तन से सेई नानका, पूरन सोई संत। सतगुरु करेंगे संत कौन है? जिन्ना सास गिरास ना विसरै। हुण इक्को वारी कहण नाल जे मुक्ति होंदी ते सतगुरु श्वास गिरास सिमरन करने वास्ते ना कहंदे। मैं उन्होंने पूछा स्रोत की जिहड़ी साखी तू सुनाई है, स्रोत नहीं दस सकिया। हुण ये जिहड़ी साखी उन्हें सुनाई साध संगत जी, ये गुरबाणी के मूल सिद्धांत तो उल्ट। सब तो पहला जे इस साखी नूं असीं मान लांगे भी अखीरले समय उसने नारायण किया, परमात्मा प्रगट हो गया। फिर उसने दो पंक्तियां भगत लोचन दियां भी सब नाल मेरे नाल साझियां कर दित्तियां। जे असीं मन लवांगे भी ये साखी जो उसने सुनाई है वो सत्य है, फिर नाम नाल टुट जावांगे, फिर नेम नाल टुट जावांगे। फिर इको विचार मन विच बन जाएगा जो उसने कहा कि तुसीं जपो जी रोज रोज, मैं तो खेले समय जपना। फिर असीं नेम नाल टुट जाएंगे, फिर श्वास गिरास सिमरन नाल टुट जावांगे। जे इस तरह की साखियां नूं असीं मनन लग जावांगे। सब नाल पहला नेम नाल टुटांगे, सास गिरास सिमरन नाल टुटांगे। जे इस तरह की साखियां मनांगे, दूजी गल फिर साडे मन विच ये भी विचार आ सकता है कि परमात्मा ते भुल्ला ना रहे।
ਇਹ ਗੱਲ ਵੀ ਦਿਮਾਗ 'ਚ ਆ ਸਕਦੀ ਹੈ ਕਿ ਪਰਮਾਤਮਾ ਦਾ ਭੁੱਲਣਹਾਰ, ਪਰਮਾਤਮਾ ਨੂੰ ਅਸੀਂ ਭਰਮਾ ਸਕਦੇ ਹਾਂ। ਦੇਖੋ ਉਸ ਨੇ ਪੁੱਤਰ ਦਾ ਨਾਂ ਲਿਆ, ਉਹ ਨਾਰਾਇਣ, ਤੇ ਪਰਮਾਤਮਾ ਨੂੰ ਭੁਲੇਖਾ ਲੱਗ ਗਿਆ। ਉਹਨੇ ਸੋਚਿਆ ਮੈਨੂੰ ਯਾਦ ਕੀਤਾ, ਉਸ ਵੇਲੇ ਪ੍ਰਗਟ ਹੋ ਗਿਆ, ਉਸਨੇ ਉਸ ਦਾ ਉद्धार ਕਰ ਦਿੱਤਾ। ਸੋ ਅਜਿਹੀਆਂ ਕੱਚੀਆਂ ਪੱਕੀਆਂ ਸਾਖੀਆਂ ਜੋ ਸੁਣਾਈਆਂ ਜਾਂਦੀਆਂ ਨੇ, ਇਹਨਾਂ ਤੋਂ ਆਪਣੇ ਆਪ ਨੂੰ ਸੁਚੇਤ ਰੱਖਣਾ ਸਾਸਾ। ਉਹ ਮੈਨੂੰ ਕਹਿਣ ਲੱਗਾ ਜੀ ਦੇਖੋ ਗੁਰਬਾਣੀ ਕਹਿੰਦੀ ਹੈ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੇ ਜਹ ਮਰੇ ਭਗਤ ਤਲੋਚਨ ਤੇ ਨਰ ਮੁਕਤਾ ਪਿਤੰਬਰ ਵਾਕੇ ਹਿਰਦੇ ਬਸੇ। ਮੈਂ ਉਹਨੂੰ ਇੱਕ ਗੱਲ ਕਹੀ, ਮੈਂ ਕਿਹਾ ਇੱਕ ਵਾਰੀ ਸਿਮਰਨ ਨਾਲ ਜੇ ਉਧਾਰ ਹੁੰਦਾ, ਜੇ ਪਰਮਾਤਮਾ ਦੇ ਹਿਰਦੇ 'ਚ ਵਾਸਾ ਮਿਲਦਾ, ਜੇ ਮੁਕਤੀ ਮਿਲਦੀ, ਫਿਰ ਸਤਿਗੁਰੂ ਸਾਸ ਸਾਸ ਸਿਮਰਨ ਦੀ ਗੱਲ ਕਿਉਂ ਕਰਦੇ? ਕਹਿੰਦਾ ਫਿਰ ਮੈਨੂੰ ਭੇਦ ਦੱਸ ਦਿਓ ਵੀ ਇਹ ਜਿਹੜੀਆਂ ਦੋ ਤੁਕਾਂ ਨੇ, ਇਹ ਤੁਕਾਂ ਦਾ ਅਰਥ ਕੀ ਹੈ? ਭਗਤ ਤਰਲੋਚਨ ਜੀ ਦੀ ਬਾਣੀ ਦੀ ਇਹ ਜਿਹੜੀਆਂ ਦੋ ਤੁਕਾਂ ਨੇ, ਅੰਤ ਕਾਲ ਨਾਰਾਇਣ ਸਿਮਰੇ, ਇਸ ਦਾ ਮੈਨੂੰ ਦੱਸ ਦਿਓ ਕਾਰਨ ਕੀ ਹੈ? ਮੈਂ ਕਿਹਾ ਉਹਨੂੰ ਮਤਲਬ ਸਾਈਕੋਲੋਜੀ ਪੱਖ ਨਾਲ ਇਹ ਗੱਲ ਸਮਝਾਉਂਦਾ। ਗੁਰਬਾਣੀ ਵਿੱਚ ਜੋ ਕੁਝ ਵੀ ਲਿਖਿਆ ਉਹ ਤ੍ਰਿਕਾਲ ਸੱਚ ਹੈ, ਤ੍ਰਿਕਾਲ ਸੱਚ। ਉਸ ਤੇ ਕੋਈ ਸਵਾਲ ਨਹੀਂ ਕਰ ਸਕਦਾ, ਉਸ ਨੂੰ ਕੋਈ ਟਾਲ ਨਹੀਂ ਸਕਦਾ। ਅਟਲ ਸੱਚਾਈ ਹੈ ਜੋ ਗੁਰੂ ਸਾਹਿਬਾਨਾਂ ਨੇ ਗੁਰਬਾਣੀ ਵਿੱਚ ਲਿਖੀ ਹੈ, ਜੋ ਭਗਤ ਸਾਹਿਬਾਨਾਂ ਨੇ ਬਾਣੀ ਵਿੱਚ ਲਿਖਿਆ, ਅਟਲ ਸੱਚਾਈ ਹੈ, ਤ੍ਰਿਕਾਲ ਸੱਚ ਹੈ, ਕੋਈ ਸ਼ੰਕਾ ਨਹੀਂ ਕਰ ਸਕਦਾ। ਜੇ ਭਗਤ ਲੋਚਨ ਜੀ ਨੇ ਲਿਖਿਆ ਅੰਤ ਕਾਲ ਨਾਰਾਇਣ ਸਿਮਰੈ, ਤੇ ਕੋਈ ਅੰਤ ਦੇ ਸਮੇਂ ਨਾਰਾਇਣ ਨੂੰ ਸਿਮਰੇਗਾ, ਤੇ ਕੋਈ ਦੋ ਰਾਏ ਨਹੀਂ ਹੈ, ਕੋਈ ਦੋ ਰਾਏ ਨਹੀਂ ਹੈ, ਉਸ ਨੂੰ ਮੁਕਤੀ ਮਿਲੇਗੀ। ਪਰ ਹੁਣ ਇੱਥੇ ਭੇਦ ਵਾਲੀ ਗੱਲ ਹੈ ਕਿ ਅੰਤ ਦੇ ਸਮੇਂ ਨਾਰਾਇਣ ਨੂੰ ਸਿਮਰ ਕੌਣ ਸਕਦਾ? ਸਾਧ ਸੰਗਤ ਜੀ ਹੁਣ ਧਿਆਨ ਇਕਾਗਰ ਕਰਿਓ। ਅੰਤ ਕਾਲ ਨਾਰਾਇਣ ਨੂੰ ਕੌਣ ਸਿਮਰੇਗਾ? ਅੰਤ ਦੇ ਸਮੇਂ ਸਾਧ ਸੰਗਤ ਜੀ ਉਹੀ ਚੀਜ਼ ਆਏਗੀ ਸਾਹਮਣੇ ਜੋ ਸਾਰੀ ਉਮਰ ਅਸੀਂ ਰਿਵਾਈਜ਼ ਕਰਾਂਗੇ। ਇਹ ਸੱਚਾਈ ਹੈ। ਜ਼ਿੰਦਗੀ ਦੇ ਅਖੀਰਲੇ ਸਮੇਂ ਵਿੱਚ ਜਦੋਂ ਮੌਤ ਸਾਹਮਣੇ ਦਿਖਦੀ ਹੈ ਨਾ, ਚਿੱਤ ਵਿੱਚ ਉਹੀ ਚੀਜ਼ ਆਉਂਦੀ ਹੈ ਜੋ ਸਾਰੀ ਉਮਰ ਅਸੀਂ ਹੰਡਾਈ ਹੁੰਦੀ। ਲਾਲਾ ਜੀ ਸੀ, ਲਾਲਾ ਜੀ, ਉਹਨਾਂ ਦਾ ਵੀ ਇਹੋ ਰੂਟੀਨ ਸੀ। ਚਾਰ ਉਹਨਾਂ ਦੇ ਪੁੱਤਰ, ਉਹ ਆਪ ਵੀ ਦੁਕਾਨ ਤੇ, ਚਾਰੇ ਪੁੱਤਰ ਵੀ ਦੁਕਾਨ ਤੇ। ਸਵੇਰੇ ਉਹਨਾਂ ਨੇ ਜਾਣਾ ਤੇ ਰਾਤੀ ਆਣਾ, ਪ੍ਰਸ਼ਾਦਾ ਕਰੋ ਚਲੇ ਜਾਣਾ, ਦੁਪਹਿਰੇ ਉਹ ਵੀ ਉੱਥੇ ਛਕ ਲੈਣਾ, ਘਰ ਨਹੀਂ ਆਣਾ। ਸਵੇਰੇ ਉਹਨਾਂ ਨੇ ਜਾਣਾ, ਰਾਤੀ ਘਰ ਆਣਾ, ਥੱਕ ਟੁੱਟ ਕੇ ਆਣਾ, ਬਿਸਤਰ ਤੇ ਪੈ ਜਾਣਾ। ਨਾ ਸਵੇਰੇ ਸਿਮਰਨ, ਨਾ ਦੁਪਹਿਰੇ ਸਿਮਰਨ, ਨਾ ਰਾਤੀ ਸਿਮਰਨ, ਨਾ ਸੇਵਾ, ਨਾ ਸੀਲ, ਨਾ ਸੰਜਮ, ਨਾ ਸੰਤੋਖ, ਨਾ ਪਰਉਪਕਾਰ, ਕੋਈ ਆਤਮਕ ਗੁਣ ਦਾ ਅੰਦਰ ਵਾਸਾ ਨਹੀਂ। ਚਾਰ ਉਹਦੇ ਪੁੱਤਰ, ਉਸ ਦੇ ਮਨ ਵਿੱਚ ਵੀ ਸੀ ਕਿ ਚਲੋ ਕਿਸੇ ਨਾ ਕਿਸੇ ਤਰ੍ਹਾਂ ਮੇਰਾ ਵੀ ਉਧਾਰ ਹੋ ਜਾਏਗਾ। ਚਾਰ ਪੁੱਤਰ ਉਹਦੇ, ਚਾਰਾਂ ਦੇ ਨਾਮ ਕੀ ਜੀ? ਟੋਨੀ, ਜੋਨੀ, ਸੋਨੀ ਤੇ ਮੋਨੀ। ਹੁਣ ਆ ਗਿਆ ਉਹਦਾ ਅੰਤ ਸਮਾਂ ਲਾਲਾ ਜੀ ਦਾ। ਦੁਕਾਨ ਉਹਨਾਂ ਦੀ ਬਹੁਤ ਵੱਡੀ, ਪਸਾਰਾ ਬਹੁਤ ਵੱਡਾ, ਸਾਰੀ ਉਮਰ ਦੁਕਾਨਦਾਰੀ ਕੀਤੀ, ਸਾਰੀ ਉਮਰ ਲੈਣ ਦੇਣ ਕੀਤਾ, ਨਾਮ ਕਦੀ ਸਿਮਰਿਆ ਨਹੀਂ। ਹੁਣ ਅੰਤ ਸਮਾਂ ਆਇਆ, ਬਿਸਤਰ ਤੇ ਪਏ ਨੇ ਲਾਲਾ ਜੀ, ਨੀਂਦ ਬੇਹੋਸ਼ੀ ਦੀ ਹਾਲਤ। ਜਦੋਂ ਅਖੀਰਲਾ ਸਮਾਂ ਆਉਂਦਾ ਕਈ ਵਾਰ ਨੀਂਦ ਬੇਹੋਸ਼ੀ ਆਉਂਦੀ, ਪਹਿਲਾਂ ਬਾਅਦ ਹੀ ਸਵਾਸ ਨਿਕਲਦਾ। ਨੀਂਦ ਬੇਹੋਸ਼ੀ ਦੀ ਹਾਲਤ, ਜਨਾਨੀ ਸਾਹਮਣੇ ਖੜੀ ਹੈ ਪੈਰਾਂ ਵਾਲੇ ਪਾਸੇ, ਤੇ ਜਨਾਨੀ ਨੂੰ ਪੁੱਛਦਾ ਭਗਵਾਨ ਨੇ ਟੋਨੀ ਕਿੱਥੇ ਹੈ? ਉਹ ਕਹਿੰਦੀ ਤੁਹਾਡੇ ਸਰਾਂਦੀ ਖੜਾ। ਤੇ ਕਹਿੰਦੇ ਜੋਨੀ ਕਿੱਥੇ ਹੈ? ਕਹਿੰਦਾ ਉਹ ਵੀ ਤੁਹਾਡੇ ਸਰਾਂਦੇ ਖੜਾ ਹੈ। ਤੁਹਾਡੀ ਇੰਨੀ ਤਬੀਅਤ ਖਰਾਬ ਹੈ, ਤੁਹਾਨੂੰ ਛੱਡ ਕੇ ਥੋੜਾ ਜਾ ਸਕਦੇ ਨੇ। ਜੋਨੀ ਵੀ ਉਹਦੇ ਨਾਲ ਹੀ ਖੜਾ। ਤੇ ਕਹਿੰਦੇ ਸੋਨੂ ਕਿੱਥੇ ਹੈ? ਕਹਿੰਦੇ ਸੋਨੀ ਵੀ ਨਾਲ ਖੜਾ। ਤੇ ਕਹਿੰਦੇ ਜੀ ਮੋਨੀ ਕਿੱਥੇ ਹੈ? ਉਹ ਕਹਿੰਦੇ ਉਹ ਵੀ ਤੁਹਾਡੇ ਉਹਦੇ ਨਾਲ ਹੀ ਖੜਾ। ਉਹ ਕਹਿੰਦੇ ਚਾਰੇ ਹੀ ਕੋਲ ਖੜੇ ਨੇ। ਉਹ ਕਹਿੰਦੀ ਹਾਂਜੀ, ਕਹਿੰਦੇ ਚਾਰੇ ਹੀ ਕੋਲ ਖੜੇ ਨੇ। ਕਹਿੰਦੇ ਲੱਖ ਲਾਣ ਦੇ ਇਹਨਾਂ ਦੇ, ਜੇ ਚਾਰੇ ਮੇਰੇ ਕੋਲ ਖੜੇ ਤਾਂ ਦੁਕਾਨ ਦੇ ਕੋਲ ਬੈਠਾ ਬਈ, ਦੁਕਾਨ ਤੇ ਹੋ ਗਈ ਬੰਦ, ਦੁਕਾਨ ਉਹਦੇ ਵੱਜ ਕੇ ਤਾਲੇ। ਉਹ ਮਰਨ ਲੱਗਿਆ ਵੀ ਪੁੱਤਰਾਂ ਨੂੰ ਲਾਹਨਤ ਪਾਈ ਗਿਆ ਵੀ ਲਾਹਨਤ ਹੈ ਤੁਹਾਡੇ, ਦੁਕਾਨ ਬੰਦ ਕਰਕੇ ਤੁਸੀਂ ਚਾਰੇ ਇੱਥੇ ਖੜੇ। ਸੋ ਅੰਤ ਦੇ ਸਮੇਂ ਸਾਧ ਸੰਗਤ ਜੀ ਕੀ ਚਲੇਗਾ ਜੋ ਸਾਰੀ ਉਮਰ ਅਸੀਂ ਆਪਣੇ ਅੰਦਰ ਚਲਾਇਆ ਹੋਇਆ। ਜੇ ਸਾਰੀ ਉਮਰ ਅਸੀਂ ਸੇਵਾ ਕੀਤੀ ਹੈ ਸਾਧ ਸੰਗਤ ਜੀ, ਅਖੀਰਲੇ ਸਮੇਂ ਵੀ ਸੇਵਾ ਦਾ ਹੀ ਫੁਰਨਾ ਹੋਏਗਾ। ਜੇ ਸਾਰੀ ਉਮਰ ਪਰਉਪਕਾਰ ਕੀਤਾ, ਅਖੀਰਲੇ ਸਮੇਂ ਵੀ ਪਰਉਪਕਾਰ ਦੀ ਭਾਵਨਾ ਹੀ ਮਨ ਵਿੱਚ ਹੋਏਗੀ, ਵੰਡਣ ਦੀ ਭਾਵਨਾ ਹੋਏਗੀ। ਤੇ ਜੇ ਸਾਰੀ ਉਮਰ ਸਾਧ ਸੰਗਤ ਜੀ ਸਿਮਰਨ ਕੀਤਾ ਨਾ, ਤਦ ਫਿਰ ਅਖੀਰਲੇ ਸਮੇਂ
नारायण चिताएगा। ये भेद है इन्हां दो पंक्तियां का। अंत काल नारायण सिमरै, ऐसी चिंता महजे मरे, बदत तलोचन ते नर मुक्ता, पितंबर वाके हृदय बसे। प्रीतम दे हृदय च वासा होएगा, मुक्ति मिलेगी अखीरले समय जे सिमरन करेगा। पर अखीरले समय सिमरन कौन करेगा साध संगत जी? जो सारी उम्र ही सिमरन करेगा, जो सारी उम्र जपेगा अखीरले समय वही सिमरन कर सकेगा। सो महान जप तप समागम महापुरखा ने लिखे ने। आप भी जुड़िए, प्रेरणा करिए होरां नूं, सारे जुड़न, सारे अपने आप नूं नाम बाणी दे रंग विच रंगन ते अपना लोक परलोक सवारन। ये जिहड़ा पदार्थ है साध संगत जी नाम दा, ये ऐसा पदार्थ है जिसने लोक भी सवारना है, जिसने परलोक भी सवारना। कल लोक तक सहाय नहीं है, परलोक भी सहाय है। जिहड़े दुनियावी पदार्थ ने वो सिर्फ लोक तक ही सहाय है। ਜਦੋਂ ਅੱਖਾਂ ਬੰਦ ਕਰ ਰਹੀਆਂ ਨਾਲ ਕੁਛ ਨਹੀਂ ਜਾਂਦਾ, ਨਾ ਮਹਿਲ, ਨਾ ਮਾੜੀਆਂ, ਨਾ ਗਹਿਣਾ, ਨਾ ਗੱਟਾਂ, ਨਾ ਤੀਆਂ, ਨਾ ਪੁੱਤਰ, ਨਾ ਨੂੰਹਾਂ, ਨਾ ਜਵਾਈ, ਨਾਲ ਕੁਛ ਨਹੀਂ ਜਾਂਦਾ। ਪਰ ਜਿਹੜੀ ਨਾਮ ਦੀ ਦੌਲਤ ਹੈ ਇਹ ਪਰਲੋਕ ਵੀ ਜੀ ਸਹਾਈ ਹੈ। ਜਹ ਮਾਰਗ ਕੇ ਗਨੇ ਜਾਏ ਨਾ ਕੋਸਾ, ਹਰ ਕਾ ਨਾਮ ਉਹਾਂ ਸੰਤੋष। ਇਹ ਉਸ ਮਾਰਗ ਦਾ ਵੀ ਸਾਡਾ ਸਹਾਈ ਹੈ ਜਿਸ ਮਾਰਗ ਤੇ ਕਿਸੇ ਨੇ ਸਾਡੇ ਨਾਲ ਤੁਰ ਕੇ ਨਹੀਂ ਜਾਣਾ। ਆਓ आप भी जुड़िए ते प्रेरणा होरां नूं भी करिए कि महान जप तप समागम हो रहे हैं। आप जी सारे हाजियां पढ़ो, जिहड़े साडे संपर्क च आंदे सब नूं कहिए। अखीर दो पंक्तियां गायन करके दास आप जी को आग्या मंगेगा। और जिहड़ी दो पंक्तियां ने संगति रूप विच गायन करनियां ने, संगति रूप विच। पहला दास उपरांत आप जी, रसना कोई वांझी ना रहे। सार न जाना तेरी, सार न जाना तेरी, सार न जाना तेरी, सार न जाना तेरी जपो। सार न जाना तेरी, 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 सार न जाना सार न जाना तेरी, सार न जाना तेरी, सार न जाना तेरी। ज्ञान ध्यान किछ कर्म न जाना, 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 ज्ञान ध्यान किछ कर्म न जाना। सार न जाना तेरी, 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 सार न जाना सार न जाना तेरी। सब ते वड्डा सतगुर नानक, 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 सब ते वड्डा सतगुर नानक। तिन कल राखी
जान किछ करम ना जाना, सार ना जाना तेरी, सब ते वड्डा सतगुरु नानक, जिन कल राखी मेरी। ये अरदास करिए साध संगत जी। सब ते वड्डा सतगुरु नानक, ये साडे हिरदे विच वस जावे, साडे हिरदे विच ये गल परपक्ष हो जावे कि गुरु नानक तो वड्डा कोई नहीं। और है भी सच्चाई, है भी सच्चाई। ते साडे हिरदे विच परपक्ष हो जावे सब ते वड्डा सतगुरु नानक जी, ये निश्चा हो गया, ये गल परपक्ष हो गई, फिर असी भटकना तो बच जावांगे, भटकना तो बच जावांगे। कई सानू भटकाने वाले मिल जाते हैं, कदे दुख सिखावे ना, कई आ जाते हैं, फलाना बड़ा सियाणा आ जाओ उहदे कोल लै चलीए, फलाना हथ देख के दस दिंदा उहदे कोल लै चलीए, पुराना धागा दिंदा घुटने वालों काम हो जाता है उहदे कोल चलीए। जे मन विच निश्चा परपक्ष हो गया गुरु नानक तो वड्डा कोई नहीं, फिर इन्ना भटकना तो असीं बच जावांगे। यह निश्चा परपक्ष गुरु साहब आप ही करवान। इतनी सेवा प्रवान करनी, पुल्ला चुक्कां दी खिमा। वाहिगुरू जी का खालसा, वाहिगुरू जी की फतेह।